ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਨੂੰ ਨਿਸਰ ਕਰਨ ਦੀ ਯੋਜਨਾ ਕਿਸੇ ਇੱਕ ਸਮਾਜੀ ਵਰਗ ਜਾਂ ਭਾਈਚਾਰੇ ਵੱਲੋਂ ਕਿਸੇ ਦੂਜੇ ਦੇ ਖਿਲਾਫ ਜਥੇਬੰਦਕ ਰੂਪ ਵਿੱਚ ਜਿਸਮਾਨੀ ਤਾਕਤ ਤੇ ਹਿੰਸਾ ਦਾ ਇਸਤੇਮਾਲ ਕਰਨ ਦੀਆਂ ਇਤਿਹਾਸ ਅੰਦਰ ਬੇਸ਼ੁਮਾਰ ਮਿਸਾਲਾਂ ਮਿਲਦੀਆਂ ਹਨ। ਕਈ ਵਾਰ ਇਸ ਦੀ ਵਜ੍ਹਾ ਮਹਿਜ਼ ਬਦਲਾਖੋਰੀ ਹੁੰਦੀ ਹੈ, ਭਾਵ ਕਿਸੇ ਵਰਗ ਦੀ ਕੋਈ ਕਾਰਵਾਈ ਦੂਜੇ ਵਰਗ ਅੰਦਰ ਵਕਤੀ ਭੜਕਾਹਟ ਤੇ ਕ੍ਰੋਧ ਦਾ ਉਬਾਲ ਪੈਦਾ ਕਰ ਦਿੰਦੀ ਹੈ। ਇਹ ਕ੍ਰੋਧ ਵਾਜਬ ਵੀ ਹੋ ਸਕਦਾ ਹੈ ਅਤੇ ਉੱਕਾ ਹੀ ਗੈਰ ਵਾਜਬ ਵੀ। ਕ੍ਰੋਧ ਦੀ ਇਸ ਅੱਗ ਨੂੰ ਸ਼ਾਂਤ ਕਰਨ ਦੇ ਸੀਮਿਤ ਉਦੇਸ਼ ਨਾਲ ਵਿਰੋਧੀ ਧਿਰ ਉੱਤੇ ਅਣਮਨੁੱਖੀ ਜ਼ੁਲਮਾਂ ਦੀ ਅੱਗ ਵਰਸਾਉਣ ਦੀਆਂ ਮਿਸਾਲਾਂ ਦੀ ਕੋਈ ਕਮੀ ਨਹੀਂ ਹੁੰਦੀ। ਅਜਿਹੇ ਜ਼ੁਲਮੀ ਵਰਤਾਰਿਆਂ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਇੱਕ ਤਾਂ ਆਮ ਤੌਰ 'ਤੇ ਇਹਨਾਂ ਦੀ ਮਿਆਦ ਬਹੁਤੀ ਲੰਮੀ ਨਹੀਂ ਹੁੰਦੀ, ਦੂਜਾ ਇਹਨਾਂ ਦਾ ਘੇਰਾ ਜਿਸਮਾਨੀ ਹਿੰਸਾ ਤੱਕ ਹੀ ਸੀਮਿਤ ਰਹਿੰਦਾ ਹੈ। ਪਰ ਜਦ ਉਦੇਸ਼ ਕਿਸੇ ਦੂਜੇ ਵਰਗ ਉੱਤੇ ਪੱਕਾ ਗਲਬਾ ਸਥਾਪਿਤ ਕਰਨਾ ਹੋਵੇ ਅਤੇ ਮਜ਼ਲੂਮ ਵਰਗ ਇਸ ਦਾ ਸਖਤ ਵਿਰੋਧ ਜਤਲਾ ਰਿਹਾ ਹੋਵੇ ਤਾਂ ਹਮਲੇ ਦਾ ਘੇਰਾ ਸਿਰਫ ਜਿਸਮਾਨੀ ਹਿੰਸਾ ਤੱਕ ਸੀਮਿਤ ਨਹੀਂ ਰਹਿੰਦਾ। ਮਜ਼ਲੂਮ ਧਿਰ ਦੇ ਵਿਰੋਧ ਨੂੰ ਕੁਚਲਣ ਅਤੇ ਉਸ ਨੂੰ ਪੱਕੇ ਤੌਰ 'ਤੇ ਨਿਸਲ ਕਰ ਦੇਣ ਦੇ ਮੰਤਵ ਨਾਲ ਉਸ ਦੀਆਂ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਜੋ ਵਿਰੋਧ ਦਾ ਅਸਰਦਾਰ ਸੰਦ ਬਣ ਰਹੀਆਂ ਜਾਂ ਬਣਨ ਦੀ ਸੰਭਾਵਨਾ ਰੱਖਦੀਆਂ ਹੋਣ, ਨਸ਼ਟ ਕਰ ਦੇਣ ਦੇ ਪੁਰਜ਼ੋਰ ਯਤਨ ਕੀਤੇ ਜਾਂਦੇ ਹਨ। ਅਜਿਹੇ ਮਾਮਲੇ ਵਿੱਚ ਜਿਸਮਾਨੀ ਹਿੰਸਾ ਦਾ ਮੰਤਵ ਵੀ ਇਸ ਮਗਰਲੇ ਕਾਰਜ ਨੂੰ ਸਹਿਲ ਬਣਾਉਣਾ ਹੁੰਦਾ ਹੈ, ਭਾਵ ਜਿਸਮਾਨੀ ਹਿੰਸਾ ਨਾਲ ਮਜ਼ਲੂਮ ਧਿਰ ਨੂੰ ਭੈਭੀਤ ਤੇ ਬੇਦਿਲ ਕਰਕੇ ਗਲਬਾ ਪ੍ਰਵਾਨ ਕਰਨ ਲਈ ਰਜ਼ਾਮੰਦ ਜਾਂ ਮਜਬੂਰ ਕਰ ਦੇਣ ਦੇ ਯਤਨ ਕੀਤੇ ਜਾਂਦੇ ਹਨ। ਜੂਨ 1984 ਵਿੱਚ ਭਾਰਤੀ ਹਾਕਮਾਂ ਵੱਲੋਂ ਸਿੱਖ ਕੌਮ ਦੇ ਮਾਮਲੇ ਵਿੱਚ ਠੀਕ ਇਹੋ ਰਣਨੀਤੀ ਅਪਣਾਈ ਗਈ ਸੀ। ਹਮਲੇ ਦਾ ਫੌਰੀ ਤੇ ਜ਼ਾਹਰਾ ਉਦੇਸ਼ ਸਿੱਖ ਕੌਮ ਅੰਦਰਲੇ ਜੁਝਾਰੂ ਤੱਤਾਂ ਨੂੰ ਜਿਸਮਾਨੀ ਤਾਕਤ ਤੇ ਹਿੰਸਾ ਦੇ ਜ਼ੋਰ ਨਾਲ ਮਸਲ ਦੇਣਾ ਸੀ, ਪਰ ਇਸ ਦੇ ਨਾਲ ਹੀ ਹਮਲੇ ਦੇ ਲੁਕਵੇਂ ਤੇ ਦੂਰ ਰਸ ਟੀਚੇ ਵੀ ਸਨ ਜੋ ਫੌਰੀ ਉਦੇਸ਼ਾਂ ਨਾਲੋਂ ਵੱਡੀ ਅਹਿਮੀਅਤ ਰੱਖਦੇ ਸਨ। ਸਿੱਖ ਕੌਮ ਨੂੰ ਰਾਜਸੀ ਵਿਚਾਰਧਾਰਕ ਤੇ ਸੱਭਿਆਚਾਰਕ ਤੌਰ 'ਤੇ ਦੁਬੇਲ ਬਣਾਉਣ ਲਈ ਉਸ ਦੀਆਂ ਅਹਿਮ ਧਾਰਮਿਕ ਤੇ ਰਾਜਸੀ ਸੰਸਥਾਵਾਂ ਨੂੰ ਨਸ਼ਟ ਕਰਨਾ ਜਾਂ ਅਹਿਮ ਰੂਪ ਵਿੱਚ ਕਮਜ਼ੋਰ ਕਰ ਦੇਣਾ ਅਤੇ ਫਿਰ ਉਹਨਾਂ ਨੂੰ ਆਪਣੇ ਸਿੱਧੇ ਕੰਟਰੋਲ ਹੇਠ ਲੈ ਲੈਣਾ ਹਮਲੇ ਦੇ ਦੀਰਘਕਾਲੀ ਤੇ ਲੁਕਵੇਂ ਮੰਤਵ ਨਾਲ ਇਸ ਲੜੀ ਵਿੱਚ ਭਾਰਤੀ ਹਾਕਮਾਂ ਦਾ ਸਭ ਤੋਂ ਪਹਿਲਾ ਨਿਸ਼ਾਨਾ ਸ੍ਰੀ ਦਰਬਾਰ ਸਾਹਿਬ ਸੀ। ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਭੂਤਾ ਖਤਮ ਕਰਕੇ ਇਸ ਉੱਤੇ ਦਿੱਲੀ ਦਰਬਾਰ ਦਾ ਦਬਦਬਾ ਤੇ ਗਲਬਾ ਸਥਾਪਿਤ ਕਰਨ ਦੀ ਪੱਕੀ ਨੀਤ ਧਾਰੀ ਹੋਈ ਸੀ। ਹਮਲੇ ਦੇ ਤੁਰੰਤ ਬਾਅਦ ਇੰਦਰਾ ਗਾਂਧੀ ਨੇ ਬੂਟਾ ਸਿੰਘ ਨਾਂ ਦੇ ਆਪਣੇ ਇੱਕ ਪਾਲਤੂ ਸਿੱਖ ਵਜ਼ੀਰ ਨੂੰ ਨਿਰੋਲ ਇਸ ਫਰੰਟ ਉੱਤੇ ਤੈਨਾਤ ਕਰ ਦਿੱਤਾ ਸੀ। ਬੂਟਾ ਸਿੰਘ ਨੇ ਇਸ ਮੰਤਵ ਲਈ ਬਹੁਲੜੀ ਨੀਤੀ ਅਪਣਾਈ। ਇੱਕ ਹੱਥ ਉਸ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਜੇ ਪਰਤ ਦੇ ਆਗੂਆਂ ਅਤੇ ਤਖ਼ਤਾਂ ਦੇ ਜਥੇਦਾਰਾਂ ਤੇ ਗ੍ਰੰਥੀਆਂ ਨੂੰ ਡਰਾਵੇ ਤੇ ਲਾਲਚ ਦੇ ਕੇ ਹਕੂਮਤੀ ਧਿਰ ਦਾ ਪੱਖ ਪੂਰਨ ਲਈ ਪ੍ਰੇਰਨ ਤੇ ਪੂਰਾ ਤਾਣ ਲਾ ਦਿੱਤਾ। ਦੂਜੇ ਹੱਥ ਕੁਝ ਬੇਪੜਤੇ ਤੇ ਬੇਈਮਾਨੇ ਅਖੌਤੀ ਧਾਰਮਿਕ ਵਿਅਕਤੀਆਂ ਨੂੰ ਸਨਮਾਨਯੋਗ ਧਾਰਮਿਕ ਹਸਤੀਆਂ ਵਜੋਂ ਸ਼ਿੰਗਾਰਨ ਤੇ ਉਭਾਰਨ ਦੀਆਂ ਮਸ਼ਕਾਂ ਸ਼ੁਰੂ ਕਰ ਦਿੱਤੀਆਂ। ਫੌਜੀ ਕਾਰਵਾਈ ਦੌਰਾਨ ਬੁਰੀ ਤਰ੍ਹਾਂ ਨਸ਼ਟ ਹੋ ਚੁੱਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਲਈ ਕਾਰ ਸੇਵਾ ਦਾ ਪ੍ਰਪੰਚ ਰਚ ਕੇ ਸਰਕਾਰ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਖੋਹ ਕੇ ਆਪਣੇ ਵਫ਼ਾਦਾਰ ਤੱਤਾਂ ਦੇ ਹੱਥਾਂ ਵਿੱਚ ਸੌਂਪਣਾ ਚਾਹੁੰਦੀ ਸੀ। ਸਿਰਫ ਦਰਬਾਰ ਸਾਹਿਬ ਹੀ ਨਹੀਂ, ਹਿੰਦੂ ਹਾਕਮ ਸਿੱਖਾਂ ਕੋਲ ਉਹਨਾਂ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਖੋਹ ਲੈਣ ਦੇ ਕਪਟ ਭਰੇ ਮਨਸੂਬੇ ਪਾਲ ਕੇ ਚੱਲ ਰਹੇ ਸਨ। ਦੇਸ਼ ਅੰਦਰਲੀਆਂ ਹਿੰਦੂਵਾਦੀ ਤਾਕਤਾਂ ਇੰਦਰਾ ਸਰਕਾਰ ਦੇ ਇਸ ਸਿੱਖ ਦੁਸ਼ਮਣ ਪੈਂਤੜੇ ਦੀ ਪੁਰਜ਼ੋਰ ਅਤੇ ਪੁਰਜੋਸ਼ ਹਮਾਇਤ ਕਰ ਰਹੀਆਂ ਸਨ। ਅਟਲ ਬਿਹਾਰੀ ਵਾਜਪਾਈ ਨੇ ਗੁਰਦੁਆਰਿਆਂ ਦਾ ਪ੍ਰਬੰਧ ਮੁੜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੇ ਜਾਣ ਦਾ ਤਿੱਖਾ ਵਿਰੋਧ ਕਰਦਿਆਂ ਹੋਇਆਂ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀਆਂ ਕਮੇਟੀਆਂ ਦੇ ਚਰਿੱਤਰ ਅਤੇ ਢਾਂਚੇ ਵਿੱਚ ਬਦਲਾਅ ਲਿਆਉਣ ਦੀ ਮੰਗ ਜ਼ੋਰ ਨਾਲ ਉਠਾਈ। ਉਸ ਨੇ ਸੁਝਾਅ ਦਿੱਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿੱਚ ਸਿਰਫ ਗੈਰ ਰਾਜਨੀਤਿਕ ਵਿਅਕਤੀ ਹੀ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।
ਜਿਨ੍ਹਾਂ ਦਾ ਇੱਕਮਾਤਰ ਸਰੋਕਾਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨਾ ਅਤੇ ਉਹਨਾਂ ਦੀ ਪਵਿੱਤਰਤਾ ਕਾਇਮ ਰੱਖਣਾ ਹੋਵੇ। ਆਪਣੇ ਇਹਨਾਂ ਖੋਟੇ ਮੰਤਵਾਂ ਨੂੰ ਸਾਕਾਰ ਕਰਨ ਲਈ ਭਾਰਤ ਸਰਕਾਰ ਨੇ ਗੁਰਦੁਆਰਾ ਐਕਟ ਵਿੱਚ ਬੁਨਿਆਦੀ ਰੱਦੋ-ਬਦਲ ਕਰਨ ਬਾਰੇ ਸਰਗਰਮ ਸੋਚ ਵਿਚਾਰ ਸ਼ੁਰੂ ਕਰ ਦਿੱਤੀ ਹੋਈ ਸੀ। ਅਖਬਾਰੀ ਖਬਰਾਂ ਮੁਤਾਬਕ ਸਰਕਾਰ ਵੱਲੋਂ ਇਸ ਮੰਤਵ ਲਈ 3 ਪ੍ਰਸਿੱਧ ਸਿੱਖ ਹਸਤੀਆਂ ਦੀ ਇੱਕ ਵਿਸ਼ੇਸ਼ ਕਮੇਟੀ ਕਾਇਮ ਕੀਤੀ ਗਈ ਸੀ, ਜਿਸ ਜਿਵੇਂ ਅਲੱਗ-ਅਲੱਗ ਵਿਚਾਰਾਂ ਵਾਲੇ ਸਿੱਖਾਂ ਨਾਲ ਵਿਚਾਰ ਵਟਾਂਦਰਾ ਕਰਕੇ ਆਪਣੇ ਸੁਝਾਅ ਤਿਆਰ ਕਰਨ ਦਾ ਕਾਰਜ ਸੌਂਪਿਆ ਗਿਆ ਸੀ। ਇਸ ਤਰ੍ਹਾਂ ਭਾਵੇਂ ਭਾਰਤੀ ਹਾਕਮਾਂ ਕੋਲੋਂ ਇਹ ਗੱਲ ਛੁਪੀ ਹੋਈ ਨਹੀਂ ਸੀ ਕਿ ਅੰਗਰੇਜ਼ ਹਕੂਮਤ ਕੋਲੋਂ ਲਹੂ ਦੇ ਭਾਅ ਖਰੀਦੇ ਆਪਣੇ ਹੱਕ ਨੂੰ ਸਿੱਖ ਆਸਾਨੀ ਨਾਲ ਹੱਥੋਂ ਛੱਡਣ ਲਈ ਤਿਆਰ ਨਹੀਂ ਹੋਣਗੇ। ਇਸ ਦੇ ਬਾਵਜੂਦ ਉਹਨਾਂ ਨੇ ਇਹ ਖਤਰਨਾਕ ਖੇਡ ਖੇਡਣ ਤੋਂ ਸੰਕੋਚ ਨਾ ਕੀਤਾ, ਕਿਉਂਕਿ ਇਹ ਖਤਰਨਾਕ ਖੇਡ ਖੇਡਣਾ ਇੱਕ ਤਾਂ ਉਹਨਾਂ ਦੀ ਮੂਲ ਪ੍ਰਵਿਰਤੀ ਦੇ ਅਨੁਕੂਲ ਹੈ, ਦੂਜਾ ਅਜਿਹਾ ਕਰਨਾ ਉਹਨਾਂ ਦੀ ਤਤਕਾਲੀ ਰਾਜਨੀਤਿਕ ਲੋੜ ਵੀ ਸੀ। ਕੁਝ ਸਮਾਜਿਕ ਵਿਗਿਆਨੀਆਂ ਨੇ ਇਹ ਸਿਧਾਂਤਕ ਧਾਰਨਾ ਵਿਕਸਿਤ ਕੀਤੀ ਹੈ ਕਿ ਮਤਹਿਤ ਵਰਗ ਆਮ ਤੌਰ 'ਤੇ ਆਪਣੇ ਮਿਲ-ਜੁਲ ਬੈਠਣ ਤੇ ਚਰਚਾ ਕਰਨ ਲਈ ਕੁਝ ਅਜਿਹੇ ਖਾਸੋ-ਖਾਸ ਸਮਾਜੀ ਅੱਡੇ ਕਾਇਮ ਕਰ ਲੈਂਦੇ ਜਾਂ ਮੰਨ ਲੈਂਦੇ ਹਨ, ਜਿੱਥੇ ਉਹ ਆਪਣੇ ਆਪ ਨੂੰ ਗਾਲਬ ਵਰਗ ਦੀ ਨਿਗਰਾਨੀ ਤੋਂ ਸੁਤੰਤਰ ਤੇ ਮਹਿਫੂਜ਼ ਤਸੱਵਰ ਕਰਦੇ ਹਨ ਅਤੇ ਜਿੱਥੇ ਉਹ ਆਪਣੇ ਦਿਲ ਦੇ ਵਲਵਲੇ ਤੇ ਅਰਮਾਨ ਖੁੱਲ੍ਹ ਕੇ ਜ਼ਾਹਰ ਕਰਦੇ ਹਨ। ਅਤੇ ਇਸ ਖਾਸੋ-ਖਾਸ ਲੱਛਣ ਦੀ ਬਦੌਲਤ ਇਹ ਸਮਾਜੀ ਠਿਕਾਣੇ ਸਥਾਪਿਤ ਸੱਭਿਆਚਾਰ ਦੇ ਟਾਕਰੇ ਵਿੱਚ ਲੁਕਾਈ ਦੇ ਸੱਭਿਆਚਾਰ ਦੇ ਸੰਚਾਰ ਦੇ ਕੇਂਦਰ ਹੋ ਨਿਬੜਦੇ ਹਨ। ਇਹ ਸੋਚਣਾ ਵੱਡੀ ਭੁੱਲ ਹੋਵੇਗੀ ਕਿ ਇਹ ਸਮਾਜੀ ਅੱਡੇ ਮਾਤਹਿਤ ਵਰਗਾਂ ਵੱਲੋਂ ਬਿਨਾਂ ਕੋਈ ਤਰੱਦਦ ਜਾਂ ਸੰਘਰਸ਼ ਕੀਤਿਆਂ ਮੁਫਤ ਦੇ ਭਾਅ ਹੀ ਨਸੀਬ ਹੋ ਜਾਂਦੇ ਹਨ। ਇਹਨਾਂ ਨੂੰ ਹਾਸਲ ਕਰਨ ਆਪਣੇ ਲਈ ਮਹਿਫੂਜ਼ ਬਣਾਉਣ ਅਤੇ ਇਹਨਾਂ ਦੀ ਲਗਾਤਾਰ ਰੱਖਿਆ ਕਰਨ ਵਾਸਤੇ ਮਾਤਹਿਤ ਵਰਗਾਂ ਨੂੰ ਇਤਿਹਾਸ ਵਿੱਚ ਹਮੇਸ਼ਾ ਹੀ ਸਖਤ ਜਾਨ ਜੱਦੋ-ਜਹਿਦ ਕਰਨੀ ਪਈ। ਇਸ ਤਰ੍ਹਾਂ ਰਾਜਸੀ ਜੱਦੋ-ਜਹਿਦ ਦਾ ਇਤਿਹਾਸ ਵੱਡੀ ਹੱਦ ਤੱਕ ਮਿਲ-ਜੁਲ ਬੈਠਣ ਤੇ ਚਰਚਾ ਕਰਨ ਦੇ ਮਹੱਤਵਪੂਰਨ ਠਿਕਾਣਿਆਂ ਉੱਤੇ ਅਧਿਕਾਰ ਜਮਾਉਣ ਦੇ ਯਤਨ ਦਾ ਇਤਿਹਾਸ ਹੈ। ਹਿੰਦੂ ਪਰੰਪਰਾ ਦੇ ਉਲਟ ਸਿੱਖ ਜੀਵਨ ਅੰਦਰ ਗੁਰਦੁਆਰੇ ਦਾ ਮਹੱਤਵ ਕਦੇ ਵੀ ਨਿਰੋਲ ਪ੍ਰਲੌਕਿਕ ਪਹਿਲੂ ਤੀਕ ਸੀਮਿਤ ਨਹੀਂ ਰਿਹਾ। ਸਿੱਖ ਕੌਮ ਦੇ ਉੱਭਰਨ ਵਿਕਸਣ ਦੇ ਇਤਿਹਾਸਕ ਅਮਲ ਦੌਰਾਨ ਗੁਰਦੁਆਰਿਆਂ ਨੇ ਬਿਨਾਂ ਛੋਟ ਇੱਕ ਅਹਿਮ ਲੌਕਿਕ ਕਾਰਜ ਨਿਭਾਇਆ। ਇਹ ਹਮੇਸ਼ਾ ਹੀ ਸਿੱਖ ਸਰਗਰਮੀਆਂ ਦਾ ਧੁਰਾ ਬਣੇ ਰਹੇ ਹਨ। ਇੱਥੇ ਸਿੱਖ ਸਰਗਰਮੀ ਨੂੰ ਨਿਰਪੱਖ ਸਮਾਜੀ ਕੈਟਾਗਰੀ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਸਿੱਖ ਸਰਗਰਮੀ ਦਾ ਅਹਿਮ ਭਾਗ ਦਾਬੇ ਤੇ ਜ਼ਬਰ ਵਿਰੁੱਧ ਸੰਘਰਸ਼ ਰਿਹਾ ਹੈ। ਇਸ ਪ੍ਰਸੰਗ ਵਿੱਚ ਦੇਖਿਆ ਸਿੱਖਾਂ ਲਈ ਗੁਰਦੁਆਰਾ ਅਹਿਮ ਮੁਤਬਰਕ ਤੇ ਖੁਦਮੁਖਤਿਆਰ ਖੇਤਰ ਹੈ, ਜਿਸ ਦੀ ਚਾਰ ਦੀਵਾਰੀ ਅੰਦਰ ਕਿਸੇ ਦੁਨਿਆਵੀ ਸੱਤਾ ਦਾ ਕਾਨੂੰਨ ਲਾਗੂ ਨਹੀਂ ਹੁੰਦਾ। ਦੁਨਿਆਵੀ ਸੱਤਾ ਦੇ ਗਲਬੇ ਤੇ ਰੋਹਬ ਦਾਬ ਤੋਂ ਨਿਰਲੇਪ ਇਹ ਸਿੱਖਾਂ ਦੀ ਮਿੰਨੀ ਰੂਪ ਵਿੱਚ ਸੁਤੰਤਰ ਰਿਆਸਤ ਹੈ। ਇਹ ਸੱਚੇ ਪਾਤਸ਼ਾਹ ਦਾ ਘਰ ਹੈ, ਜਿੱਥੇ ਸਿੱਖ ਆਪਣੇ ਆਪ ਨੂੰ ਗੁਰੂ ਦੀ ਗੋਦ ਵਿੱਚ ਬੈਠਾ ਮਹਿਸੂਸ ਕਰਦਾ ਹੈ। ਇਸ ਕਰਕੇ ਗੁਰੂ ਘਰ ਅੰਦਰ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਸਿੱਖ ਉਸ ਵਿਸ਼ੇਸ਼ ਘੜੀ ਆਪਣੇ ਆਪ ਨੂੰ ਸਾਰੇ ਦੁਨਿਆਵੀ ਡਰਾਂ, ਸੰਸ਼ਿਆਂ ਤੇ ਖਤਰਿਆਂ ਤੋਂ ਮੁਕਤ ਤੇ ਮਹਿਫੂਜ਼ ਸਮਝਦੇ ਹਨ, ਜਿੱਥੇ ਉਹ ਆਪਣੇ ਦਿਲੀ ਅਰਮਾਨਾਂ ਨੂੰ ਬੇਖੌਫ ਪ੍ਰਗਟ ਕਰ ਸਕਦੇ ਹਨ। ਇਸ ਵਜ੍ਹਾ ਕਰਕੇ ਹਰ ਦੌਰ ਅੰਦਰ ਹੀ ਸਿੱਖਾਂ ਉੱਤੇ ਗਾਲਬ ਹੋਣ ਲਈ ਯਤਨਸ਼ੀਲ ਵਰਗਾਂ ਤੇ ਤਾਕਤਾਂ ਨੇ ਗੁਰਦੁਆਰਿਆਂ ਨੂੰ ਤਿੱਖੀ ਦੁਸ਼ਮਣੀ ਦੀ ਨਜ਼ਰ ਨਾਲ ਦੇਖਿਆ ਹੈ। ਗੁਰਦੁਆਰਿਆਂ ਦੀ ਖੁਦਮੁਖਤਿਆਰੀ ਦੀ ਰੱਖਿਆ ਕਰਨ ਲਈ ਸਿੱਖਾਂ ਨੂੰ ਇਤਿਹਾਸ ਅੰਦਰ ਵੱਡੀ ਭਾਰੀ ਔਕੜਾਂ ਝੱਲਣੀਆਂ ਪਈਆਂ ਹਨ, ਪਰ ਸਿੱਖਾਂ ਨੇ ਹਰ ਕੀਮਤ ਤਾਰ ਕੇ ਗੁਰਦੁਆਰਿਆਂ ਦੇ ਖੁਦਮੁਖਤਿਆਰੀ ਰੁਤਬੇ ਨੂੰ ਕਾਇਮ ਦਾਇਮ ਰੱਖਿਆ। ਇਸ ਮਸਲੇ ਤੇ ਸਮਝੌਤਾ ਨਹੀਂ ਕੀਤਾ। ਸਿੱਖਾਂ ਦੀ ਨਿਆਰੀ ਹਸਤੀ ਤੇ ਉਹਨਾਂ ਦੀਆਂ ਨਿਵੇਕਲੀਆਂ ਸੱਭਿਆਚਾਰਕ ਰਵਾਇਤਾਂ ਨੂੰ ਮਲੀਆ ਮੇਟ ਕਰ ਦੇਣ ਦੇ ਤੁਲੇ ਹੋਏ ਹਿੰਦੂ ਹੁਕਮਰਾਨ ਗੁਰਦੁਆਰਿਆਂ ਦੇ ਖੁਦਮੁਖਤਿਆਰ ਰੁਤਬੇ ਨੂੰ ਕਿਵੇਂ ਸਹਿਣ ਕਰ ਸਕਦੇ ਸਨ। ਇਸ ਵਿੱਚ ਉਹਨਾਂ ਨੂੰ ਆਪਣੀ ਦੁਨਿਆਵੀ ਸੱਤਾ ਲਈ ਗੰਭੀਰ ਚੁਣੌਤੀ ਦਾ ਆਭਾਸ ਹੁੰਦਾ ਸੀ। ਉਹ ਇਸ ਚੁਣੌਤੀ ਨੂੰ ਅਸਰਦਾਰ ਰੂਪ ਵਿੱਚ ਮਸਲ ਦੇਣਾ ਚਾਹੁੰਦੇ ਸਨ।
ਆਪਣਾ ਇਹ ਖੋਟਾ ਉਦੇਸ਼ ਪੂਰਾ ਕਰਨ ਲਈ ਹਿੰਦੂ ਹਾਕਮਾਂ ਨੇ ਆਪਣੀ ਫਿਤਰਤ ਦੇ ਮੁਤਾਬਕ ਮਲੀਨ ਹੱਥਕੰਡੇ ਅਪਣਾਏ। ਉਹਨਾਂ ਨੇ ਭਾਰਤ ਅਤੇ ਸੰਸਾਰ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਸਿੱਖ ਗੁਰਦੁਆਰਿਆਂ ਤੇ ਇਹਨਾਂ ਦੇ ਪ੍ਰਬੰਧਕਾਂ ਨੂੰ ਬਦਦੂ ਕਰਨ ਦੀ ਇੱਕ ਸੁਚੇਤ ਅਤੇ ਵਿਉਂਤਬੱਧ ਮੁਹਿੰਮ ਆਰੰਭ ਦਿੱਤੀ। ਫੌਜੀ ਕਾਰਵਾਈ ਦੌਰਾਨ ਪੰਜਾਬ ਅੰਦਰ ਲਗਭਗ ਸਾਰੇ ਗੁਰਦੁਆਰਿਆਂ ਨੂੰ ਫੌਜੀ ਨਿਗਰਾਨੀ ਹੇਠ ਲੈ ਲਿਆ ਗਿਆ ਸੀ। ਸੱਜੇ ਪੱਖੀ ਅਤੇ ਖੱਬੇ ਪੱਖੀ ਦੋਨੋਂ ਵਰਗਾਂ ਦੇ ਮੀਡੀਏ ਨੇ ਅੱਤਵਾਦੀਆਂ ਤੇ ਦਹਿਸ਼ਤਗਰਦਾਂ ਵੱਲੋਂ ਗੁਰਦੁਆਰਿਆਂ ਨੂੰ ਜੁਰਮਾਂ ਦੇ ਅੱਡੇ ਬਣਾ ਲੈਣ ਦੇ ਗੁੰਮਰਾਹ ਕਰੂ ਪ੍ਰਚਾਰ ਦੀ ਹੇਕ ਪੂਰੀ ਉੱਚੀ ਚੁੱਕ ਦਿੱਤੀ ਸੀ। ਇਸ ਦੁਸ਼ਭਾਵੀ ਪ੍ਰਚਾਰ ਮੁਹਿੰਮ ਦਾ ਜ਼ਾਹਰਾ ਮਕਸਦ ਗੁਰਦੁਆਰਿਆਂ ਨੂੰ ਸਿੱਧੇ ਸਰਕਾਰੀ ਕੰਟਰੋਲ ਹੇਠ ਲੈਣ ਦੇ ਹੱਕ ਵਿੱਚ ਦੇਸ਼ ਅੰਦਰ ਲੋਕ ਰਾਏ ਪੈਦਾ ਕਰਨਾ ਸੀ। ਧਰਮ ਨੂੰ ਰਾਜਨੀਤੀ ਨਾਲੋਂ ਵੱਖ ਕਰਨ ਦੀ ਸੁਰੀਲੀ ਬਿਆਨਬਾਜ਼ੀ ਦੇ ਪਿੱਛੇ ਵੀ ਇਹੀ ਗੁੰਝਾ ਮੰਤਵ ਕੰਮ ਕਰਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਕਾਰਾ ਕਰਨ ਲਈ ਇਸ ਦੇ ਸ਼ਕਤੀਸ਼ਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋੜਾ ਉੱਤੇ ਤਿੱਖਾ ਹਮਲਾ ਸਿੱਧਣਾ ਸਿੱਖ ਦੁਸ਼ਮਣ ਤਾਕਤਾਂ ਦੀ ਪਹਿਲੀ ਲੋੜ ਬਣ ਗਈ ਸੀ। ਇਸ ਕਰਕੇ ਭਾਰਤ ਸਰਕਾਰ ਤੇ ਉਸ ਦੀ ਹਮਾਇਤ ਵਿੱਚ ਲਾਮਬੰਦ ਹੋਈਆਂ ਸੱਜੀਆਂ ਖੱਬੀਆਂ ਰਾਜਸੀ ਤਾਕਤਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਆਪਣਾ ਨਜ਼ਲਾ ਸਭ ਨਾਲੋਂ ਵੱਧ ਜਥੇਦਾਰ ਗੁਰਚਰਨ ਸਿੰਘ ਟੋੜਾ ਉੱਤੇ ਝਾੜਿਆ। ਉਹਨਾਂ ਨੇ ਦਰਬਾਰ ਸਾਹਿਬ ਨੂੰ ਦਹਿਸ਼ਤਗਰਦਾਂ ਦਾ ਅੱਡਾ ਬਣਾਏ ਜਾਣ ਅਤੇ ਇਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਢਾਲ ਮੁਹੱਈਆ ਕਰਨ ਲਈ ਜਥੇਦਾਰ ਟੋੜਾ ਨੂੰ ਸਿੱਧਾ ਤੇ ਵਿਅਕਤੀਗਤ ਰੂਪ ਵਿੱਚ ਦੋਸ਼ੀ ਗਰਦਾਨਿਆ। ਹਰ ਵੰਨਗੀ ਦੇ ਰਾਜਸੀ ਆਗੂਆਂ ਤੋਂ ਲੈ ਕੇ ਫੌਜੀ ਜਰਨੈਲਾਂ ਤੱਕ ਸਾਰਿਆਂ ਨੇ ਰਲ ਕੇ ਅਖਬਾਰਾਂ ਅੰਦਰ ਇਸ ਆਸੇ ਦੇ ਬਿਆਨਾਂ ਦਾ ਹੜ੍ਹ ਵਗਾ ਦਿੱਤਾ। ਖੁਦ ਇੰਦਰਾ ਗਾਂਧੀ ਨੇ ਜਥੇਦਾਰ ਟੋੜਾ ਤੇ ਹੋਰਨਾਂ ਅਕਾਲੀ ਆਗੂਆਂ ਤੇ ਤੋਹਮਤਾਂ ਲਾਉਂਦੇ ਹੋਏ ਕਿਹਾ ਕਿ ਬੁਨਿਆਦੀ ਸਵਾਲ ਇਹ ਹੈ ਕਿ ਪੂਜਾ ਦੇ ਅਸਥਾਨਾਂ ਉੱਤੇ ਕਾਤਲਾਂ ਨੂੰ ਸ਼ਰਨ ਕੌਣ ਦੇ ਰਹੇ ਸਨ। ਦਰਬਾਰ ਸਾਹਿਬ ਉੱਤੇ ਹਮਲੇ ਉਪਰੰਤ ਇਸ ਵਿਸ਼ੇ ਨਾਲ ਸੰਬੰਧਿਤ ਜਿੰਨੀਆਂ ਵੀ ਕਿਤਾਬਾਂ ਛਪੀਆਂ ਉਹਨਾਂ ਸਾਰੀਆਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਇਲਾਵਾ ਜੇਕਰ ਕਿਸੇ ਹੋਰ ਸਿੱਖ ਆਗੂ ਨੂੰ ਨਿੱਜੀ ਤੌਰ ਤੇ ਜੰਮ ਕੇ ਕੋਸਿਆ ਗਿਆ ਤਾਂ ਉਹ ਇੱਕਮਾਤਰ ਆਗੂ ਜਥੇਦਾਰ ਟੋੜਾ ਹੀ ਸੀ। ਇਸ ਨੂੰ ਅਕਾਰਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਜੇਕਰ ਜਥੇਦਾਰ ਟੋੜਾ ਉੱਤੇ ਲਾਏ ਇਸ ਵਿਸ਼ੇਸ਼ ਇਲਜ਼ਾਮ ਦੀ ਹੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸੱਚਾਈ ਦੇ ਅੰਸ਼ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਗੱਲ ਝੁਠਲਾਈ ਨਹੀਂ ਜਾ ਸਕਦੀ ਕਿ ਜਿੱਥੇ ਅਕਾਲੀ ਆਗੂਆਂ ਦਾ ਇੱਕ ਵਰਗ ਸੰਤ ਜਰਨੈਲ ਸਿੰਘ ਨਾਲ ਕਿਸੇ ਵੀ ਕਿਸਮ ਦੀ ਸਾਂਝ ਨਾ ਰੱਖਣ ਅਤੇ ਖਾਸ ਕਰਕੇ ਉਸ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਆਪਣਾ ਪੱਕਾ ਠਿਕਾਣਾ ਸਥਾਪਿਤ ਕਰਨ ਦੀ ਇਜਾਜ਼ਤ ਨਾ ਦਿੱਤੇ ਜਾਣ ਦੀ ਜ਼ੋਰਦਾਰ ਵਜ਼ਾਹਤ ਕਰਦਾ ਸੀ, ਉੱਥੇ ਜਥੇਦਾਰ ਟੋੜਾ ਨੇ ਇਸ ਕਿਸਮ ਦੀ ਨਿਖੇਧਵਾਚੀ ਸੋਚ ਨੂੰ ਦ੍ਰਿੜਤਾ ਨਾਲ ਰੱਦ ਕਰਦੇ ਹੋਏ ਕਈ ਅਤੀ ਨਾਜ਼ੁਕ ਮੌਕਿਆਂ ਤੇ ਸੰਤ ਜਰਨੈਲ ਸਿੰਘ ਨੂੰ ਆਪਣੀ ਬਹੁਮੁੱਲੀ ਹਮਾਇਤ ਜੁਟਾਈ। ਪਰ ਇਸ ਇਲਜ਼ਾਮ ਤੋਂ ਵੱਧ ਕੇ ਜਥੇਦਾਰ ਟੋੜਾ ਬਾਰੇ ਕੁਝ ਗੱਲਾਂ ਅਜਿਹੀਆਂ ਧੁਮਾਈਆਂ ਗਈਆਂ ਜਿਨ੍ਹਾਂ ਦਾ ਜ਼ਾਹਰਾ ਉਦੇਸ਼ ਉਸ ਦੇ ਅਕਸ ਨੂੰ ਢਾਹ ਲਾਉਣਾ ਸੀ। ਇਸ ਇਲਜ਼ਾਮਬਾਜ਼ੀ ਦੀ ਮੁਹਿੰਮ ਦਾ ਆਗਾਜ਼ ਦਿੱਲੀ ਤੋਂ ਛਪਦੇ ਪੰਜਾਬੀ ਦੇ ਇੱਕ ਰਸਾਲੇ ਨੇ ਕੀਤਾ ਜਿਸ ਦਾ ਸੰਪਾਦਕ ਰਜਿੰਦਰ ਸਿੰਘ ਭਾਟੀਆ ਆਪਣੇ ਮਨ ਅੰਦਰ ਜਥੇਦਾਰ ਟੋੜਾ ਵਿਰੁੱਧ ਨਿੱਜੀ ਰੰਜਿਸ਼ ਤੇ ਕੱਟੜ ਦੁਸ਼ਮਣੀ ਦੀ ਭਾਵਨਾ ਰੱਖਦਾ ਸੀ। ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਤੋਂ ਬਾਅਦ ਜਦ ਸਿੱਖ ਜਗਤ ਇੰਦਰਾ ਗਾਂਧੀ ਤੇ ਕੇਂਦਰ ਦੀ ਕਾਂਗਰਸ ਹਕੂਮਤ ਵਿਰੁੱਧ ਲੋਹਾ ਲਾਖਾ ਹੋਇਆ ਪਿਆ ਸੀ ਤਾਂ ਉਪਰੋਕਤ ਸੰਪਾਦਕ ਨੇ ਇਸ ਸਾਰੇ ਦੋਸ਼ ਦਾ ਭਾਂਡਾ ਜਥੇਦਾਰ ਟੋੜਾ ਦੇ ਸਿਰ ਭੰਨਣ ਦੀ ਬਦਹਵਾਸ ਕੋਸ਼ਿਸ਼ ਕੀਤੀ। ਉਸ ਨੇ ਆਪਣੀ ਸੰਪਾਦਕੀ ਵਿੱਚ ਪਹਿਲਾਂ ਤਾਂ ਇਹ ਢੁਕਵਾਂ ਸਵਾਲ ਉਠਾਇਆ ਕਿ ਪੰਥ ਦੀ ਵਰਤਮਾਨ ਅਧੋਗਤੀ ਲਈ ਜ਼ਿੰਮੇਵਾਰ ਕੌਣ ਹੈ ਅਤੇ ਫਿਰ ਆਪ ਉਠਾਏ ਇਸ ਸਵਾਲ ਦਾ ਜੋ ਜਵਾਬ ਦਿੱਤਾ ਉਹ ਇੰਜ ਸੀ। ਸੱਚਾਈ ਤਾਂ ਇਹ ਹੈ ਕਿ ਕੌਮ ਅੱਜ ਜਿਸ ਰਸਾਤਲ ਤੱਕ ਪਹੁੰਚੀ ਹੈ ਇਸ ਦੇ ਲਈ ਇੱਕੋ ਇੱਕ ਤੇ ਵਾਹਿਦ ਜ਼ਿੰਮੇਵਾਰ ਗੁਰਚਰਨ ਸਿੰਘ ਟੋੜਾ ਹੈ, ਜਿਸ ਦੀਆਂ ਲੁੰਬੜ ਚਾਲਾਂ ਤੇ ਹਵਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਹੋਏ। ਸ੍ਰੀ ਅਕਾਲ ਤਖਤ ਸਾਹਿਬ ਢੱਠਾ ਦੇਸ਼ ਭਰ ਵਿੱਚ ਸਿੱਖ ਮਰੇ ਤੇ ਉਜੜੇ ਅਤੇ ਇੱਕ ਪ੍ਰਫੁੱਲਤ ਤੇ ਪੂਰਵਕਾਰ ਕੌਮ ਅਰਸ਼ ਤੋਂ ਫਰਸ਼ ਤੇ ਆਣ ਡਿੱਗੀ।
ਹਕੀਕਤ ਇਹ ਹੈ ਕਿ ਜਲਾਲ ਵਿੱਚ ਨੱਚਦੀ ਕੌਮ ਨੂੰ ਤਬਾਹ ਕਰਨ ਵਾਲਾ ਤੇ ਦੋਨਾਂ ਸੰਤਾਂ ਨੂੰ ਕੁਰਾਹੇ ਪਾ ਕੇ ਪੰਥਕ ਪਲੇਟਫਾਰਮ ਨੂੰ ਇੱਥੇ ਪਹੁੰਚਾਉਣ ਵਾਲਾ ਇੱਕੋ ਇੱਕ ਦੁਸ਼ਟ ਗੁਰਚਰਨ ਸਿੰਘ ਟੌਹੜਾ ਹੈ। ਸੰਪਾਦਕ ਨੇ ਆਪਣੀ ਇਸ ਲੇਖਣੀ ਵਿੱਚ ਜਥੇਦਾਰ ਟੌਹੜਾ ਉੱਤੇ ਇਹ ਸੰਗੀਨ ਇਲਜ਼ਾਮ ਮੜਿਆ ਕਿ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਕੁਝ ਦਿਨ ਪਹਿਲਾਂ 17 ਮਈ ਨੂੰ ਚੰਡੀਗੜ੍ਹ ਵਿਖੇ ਗਵਰਨਰ ਪਾਂਡੇ ਨਾਲ ਆਪਣੀ ਇੱਕ ਗੁਪਤ ਮੁਲਾਕਾਤ ਦੌਰਾਨ ਉਸ ਨੇ ਭਾਰਤ ਸਰਕਾਰ ਨੂੰ ਇਸ ਭਾਵ ਦਾ ਸੰਦੇਸ਼ਾ ਦੇ ਦਿੱਤਾ ਸੀ ਕਿ ਸਥਿਤੀ ਮੇਰੇ ਕਾਬੂ ਤੋਂ ਬਾਹਰ ਚਲੀ ਗਈ ਹੈ ਅਤੇ ਹੁਣ ਸਰਕਾਰ ਜੋ ਚਾਹੇ ਕਰ ਸਕਦੀ ਹੈ। ਇਹ ਦੋਸ਼ ਪੂਰੀ ਤਰ੍ਹਾਂ ਨਿਰਾ ਆਧਾਰ ਤੇ ਮਨਘੜਤ ਸੀ। ਅਸਲੀਅਤ ਇਹ ਸੀ ਕਿ ਜਥੇਦਾਰ ਟੌਹੜਾ ਤੇ ਗਵਰਨਰ ਪਾਂਡੇ ਭਾਰਤ ਸਰਕਾਰ ਅਤੇ ਸਿੱਖ ਜੁਝਾਰੂਆਂ ਵਿਚਕਾਰ ਖੂਨੀ ਟਕਰਾਅ ਦੀ ਮੰਦਭਾਗੀ ਨੌਬਤ ਨੂੰ ਟਾਲਣ ਰੋਕਣ ਲਈ ਆਪਣੇ ਵੱਲੋਂ ਆਖਰੀ ਪਲਾਂ ਤੱਕ ਪੁਰਜ਼ੋਰ ਯਤਨ ਕਰਦੇ ਰਹੇ ਸਨ। ਭਾਵੇਂ ਕਿ ਦੋਵਾਂ ਦੇ ਹੀ ਹੱਥ ਵੱਸ ਕੁਝ ਨਹੀਂ ਸੀ, ਕਿਉਂਕਿ ਘਟਨਾਵਾਂ ਦਾ ਰੁਖ ਚੰਡੀਗੜ੍ਹ ਤੋਂ ਨਹੀਂ ਦਿੱਲੀ ਤੋਂ ਨਿਰਧਾਰਤ ਹੋ ਰਿਹਾ ਸੀ। ਪਰ ਜਥੇਦਾਰ ਟੌਹੜਾ ਦੇ ਮੱਥੇ ਮੜਿਆ ਇਹ ਦੋਸ਼ ਕਿਉਂਕਿ ਉਸ ਵੇਲੇ ਭਾਰਤੀ ਹਾਕਮਾਂ ਦੀ ਸਿੱਖ ਦੁਸ਼ਮਣ ਨੀਤੀ ਦਾ ਪੱਖ ਪੂਰਦਾ ਸੀ। ਇਸ ਕਰਕੇ ਮੀਡੀਏ ਨੇ ਇਸ ਝੂਠ ਦਾ ਵਸੀਹ ਪੈਮਾਨੇ ਤੇ ਪ੍ਰਚਾਰ ਪ੍ਰਸਾਰ ਕਰਨ ਵਿੱਚ ਉਚੇਚਾ ਉਤਸ਼ਾਹ ਦਿਖਾਇਆ। ਕੌਮੀ ਏਕਤਾ ਵਿੱਚ ਛਪਣ ਸਾਰ ਹੀ ਅੰਗਰੇਜ਼ੀ ਦੇ ਇੱਕ ਅਖਬਾਰ ਨੇ ਇਸ ਨੂੰ ਝਟਪਟ ਆਪਣੇ ਪੰਨਿਆਂ ਉੱਤੇ ਚਾੜ ਦਿੱਤਾ। ਬਸ ਫਿਰ ਕੀ ਸੀ ਇਸ ਹਵਾਲੇ ਦਾ? ਇਸ ਪਿੱਛੋਂ ਪਤਾ ਨਹੀਂ ਕਿੰਨੇ ਬਿਆਨਾਂ, ਲੇਖਾਂ ਤੇ ਕਿਤਾਬਾਂ ਵਿੱਚ ਉਲੇਖ ਕੀਤਾ ਗਿਆ। ਨਵੰਬਰ ਵਿੱਚ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਦਾ ਵੇਲਾ ਆਇਆ ਤਾਂ ਭਾਰਤ ਸਰਕਾਰ ਨੇ ਜਥੇਦਾਰ ਟੌਹੜਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਪੂਰੀ ਵਾਹ ਲਾ ਦਿੱਤੀ ਸੀ। ਇਸ ਮੁਹਿੰਮ ਪਿੱਛੇ ਕੰਮ ਕਰਦੇ ਉਦੇਸ਼ਾਂ ਬਾਰੇ ਕੋਈ ਓਹਲਾ ਨਹੀਂ ਸੀ ਰਿਹਾ। ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਕੇ ਸਿੱਖ ਧਾਰਮਿਕ ਅਸਥਾਨਾਂ ਉੱਤੇ ਵਧੇਰੇ ਅਸਰਦਾਰ ਸਰਕਾਰੀ ਗਲਬਾ ਸਥਾਪਿਤ ਕਰਨਾ ਸੀ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਦੋ ਖਾਸੋ-ਖਾਸ ਦੂਤਾਂ ਸਰਦਾਰ ਰਵੇਲ ਸਿੰਘ ਅਤੇ ਸਰਦਾਰ ਤਰਲੋਚਨ ਸਿੰਘ ਤੋਂ ਇਲਾਵਾ ਬੀਬੀ ਨਿਰਲੇਪ ਕੌਰ, ਕੈਪਟਨ ਅਮਰਿੰਦਰ ਸਿੰਘ, ਸਰਦਾਰ ਰਵਿੰਦਰ ਸਿੰਘ, ਸਰਦਾਰ ਆਤਮਾ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਕਾਸ਼ ਸਿੰਘ ਮਜੀਠੀਆ ਵਰਗੇ ਲੋਕਾਂ ਨੇ ਇਸ ਮਾਮਲੇ ਵਿੱਚ ਬੇਹੱਦ ਸਰਗਰਮ ਭੂਮਿਕਾ ਨਿਭਾਈ। ਸਿੱਖ ਕੌਮ ਦੀ ਮੋਹਰੀ ਧਾਰਮਿਕ ਸੰਸਥਾ ਤੋਂ ਬਾਅਦ ਹਿੰਦੂ ਆਗੂਆਂ ਦਾ ਅਗਲਾ ਨਿਸ਼ਾਨਾ ਸਿੱਖ ਕੌਮ ਦੀ ਮੋਹਰੀ ਰਾਜਨੀਤਿਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਸੀ। ਉਹਨਾਂ ਨੇ ਅਕਾਲੀ ਦਲ ਨੂੰ ਰਾਜਨੀਤਿਕ ਤੌਰ ਤੇ ਨਕਾਰਾ ਕਰ ਦੇਣ ਬਾਰੇ ਡੂੰਘੀ ਸੋਚ ਵਿਚਾਰ ਸ਼ੁਰੂ ਕਰ ਦਿੱਤੀ ਸੀ। ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨੇ 19 ਅਗਸਤ 1984 ਨੂੰ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਅੰਦਰ ਬੋਲਦਿਆਂ ਸਾਫ਼ ਸੰਕੇਤ ਦੇ ਦਿੱਤਾ ਸੀ ਕਿ ਉਹਨਾਂ ਦੀ ਪਾਰਟੀ ਪਾਰਲੀਮੈਂਟ ਅੰਦਰ ਇੱਕ ਕਾਂਗਰਸੀ ਮੈਂਬਰ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਨੂੰ ਹਮਾਇਤ ਕਰੇਗੀ, ਜਿਸ ਵਿੱਚ ਕਿਸੇ ਵੀ ਫਿਰਕੂ ਦਲ ਨੂੰ ਦੇਸ਼ ਅੰਦਰ ਆਮ ਚੋਣਾਂ ਲੜਨ ਦੇ ਅਯੋਗ ਕਰਾਰ ਦੇਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਤੋਂ ਹਿੰਦੂ ਹਾਕਮਾਂ ਦੇ ਉਦੇਸ਼ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ। ਭੁੱਲ ਚੁੱਕ ਮਾਫ਼ ਕਰਨੀ, ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਫਤਿਹ ਕੁਰਬਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।